ਤਾਂ ਅੱਜ ਦੀ ਚਰਚਾ ਕਰਨ ਤੋਂ ਬਾਅਦ ਆ ਜਾਣੀਏ ਕਿ ਤੁਸੀਂ ਸਾਡੀ ਚਰਚਾ ਨੂੰ ਕਿੰਨਾ ਕੁ ਧਿਆਨ ਨਾਲ ਸੁਣਿਆ ਤੇ ਕਿਸ ਵਿੱਚੋਂ ਕੀ ਸਿੱਖਿਆ। ਤਿਆਰ ਹੋ ਤੁਸੀਂ? ਠੀਕ ਹੈ। ਤੁਹਾਡਾ ਪ੍ਰਸ਼ਨ, ਧਰਤੀ ਦੀ ਪੀਪੜੀ ਅਤੇ ਵਾਯੂਮੰਡਲ ਵਿੱਚ ਕਾਰਬਨ ਦੀ ਮਾਤਰਾ ਕਿੰਨੀ ਕੁ ਹੈ? ਕਾਫੀ ਜ਼ਿਆਦਾ ਜਾਂ ਘੱਟ ਜਾਂ ਬਹੁਤ ਹੀ ਘੱਟ? ਧਰਤੀ ਦੀ ਪੀਪੜੀ ਅਤੇ ਵਾਯੂਮੰਡਲ ਵਿੱਚ ਕਾਰਬਨ ਦੀ ਮਾਤਰਾ ਕਿੰਨੀ ਕੁ ਹੈ? ਤਾਂ ਉੱਤਰ ਹੈ ਵੈਰੀ ਗੁੱਡ, ਬਹੁਤ ਘੱਟ। ਅਗਲਾ ਪ੍ਰਸ਼ਨ, ਹਾਈਡਰੋਕਾਰਬਨ ਕਿਹੜੇ ਕਿਹੜੇ ਤੱਤਾਂ ਦੇ ਸੰਯੋਗ ਨਾਲ ਬਣਦੇ ਹਨ? ਉੱਤਰ ਹੈ ਹਾਈਡਰੋਜਨ ਅਤੇ ਕਾਰਬਨ ਦੇ ਨਾਲ। ਜਿਸ ਤਰ੍ਹਾਂ ਕਿ ਦੱਸਿਆ ਸੀ, ਹਾਈਡਰੋਜਨ ਤੋਂ ਸ਼ਬਦ ਹਾਈਡਰੋ, ਕਾਰਬਨ ਤੋਂ ਕਾਰਬਨ। ਤਾਂ ਹਾਈਡਰੋਜਨ ਅਤੇ ਕਾਰਬਨ ਦੇ ਸੰਯੋਗ ਨਾਲ ਜਿਹੜੇ ਯੌਗਿਕ ਬਣਦੇ ਨੇ ਉਹਨਾਂ ਨੂੰ ਅਸੀਂ ਹਾਈਡਰੋਕਾਰਬਨ ਕਹਿੰਦੇ ਹਾਂ। ਅਗਲਾ ਪ੍ਰਸ਼ਨ, ਅਲਕੇਨਾਂ ਵਿੱਚ ਕਾਰਬਨ ਪਰਮਾਣੂਆਂ ਵਿਚਕਾਰ ਦੇ ਬੰਧਨ ਕਿਹੋ ਜਿਹੇ ਹੁੰਦੇ ਹਨ? ਉੱਤਰ ਹੈ ਅਕੈਡਿਕ। ਅਗਲਾ ਪ੍ਰਸ਼ਨ, ਕਾਰਬਨ ਹਵਾ ਦੀ ਪੂਰੀ ਮਾਤਰਾ ਵਿੱਚ ਬਣ ਕੇ ਕਿਹੜੀ ਗੈਸ ਪੈਦਾ ਕਰਦਾ ਹੈ? ਉੱਤਰ ਹੈ ਕਾਰਬਨ ਡਾਈਆਕਸਾਈਡ। ਅਗਲਾ ਪ੍ਰਸ਼ਨ, ਅਸੀਂ ਕਰਿਆ ਕਿ ਜੇ ਹਵਾ ਦੀ ਮਾਤਰਾ ਪੂਰੀ ਹੋਵੇ ਤਾਂ ਕਾਰਬਨ ਡਾਈਆਕਸਾਈਡ ਪੈਦਾ ਕਰਦਾ ਹੈ। ਤਾਂ ਅਗਲੇ ਪ੍ਰਸ਼ਨ ਤੁਹਾਨੂੰ ਪੁੱਛ ਰਹੇ ਹਾਂ ਕਿ ਜੇਕਰ ਕਾਰਬਨ ਹਵਾ ਦੀ ਘੱਟ ਮਾਤਰਾ ਵਿੱਚ ਬਣੇ ਤਾਂ ਕਿਹੜੀ ਗੈਸ ਪੈਦਾ ਕਰਦਾ ਹੈ? ਉੱਤਰ ਹੈ ਕਾਰਬਨ ਮੋਨੋਆਕਸਾਈਡ, ਜੋ ਕਿ ਬਹੁਤ ਜ਼ਹਿਰੀਲੀ ਗੈਸ ਹੁੰਦੀ ਹੈ। ਅਗਲਾ ਪ੍ਰਸ਼ਨ, ਜੇਕਰ ਸਾਡਾ ਗੈਸ ਚੁੱਲ੍ਹਾ ਜਾਂ ਸਟੋਵ ਬਰਤਨਾਂ ਦੇ ਤਲੇ ਕਾਲੇ ਪੈਦਾ ਹੋਵੇ ਤਾਂ ਕਿਸ ਦੀ ਮਦਦ ਲੈਣੀ ਚਾਹੀਦੀ ਹੈ? ਉੱਤਰ ਹੈ ਸੰਬੰਧਿਤ ਮਿਸਤਰੀ ਦੀ। ਅਗਲਾ ਪ੍ਰਸ਼ਨ, ਜਿਹੜੇ ਯੌਗਿਕ ਦੂਜੇ ਯੌਗਿਕਾਂ ਨੂੰ ਆਕਸੀਜਨ ਦਿੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਆਕਸੀਕਾਰ। ਤੇ ਚਰਚਾ ਦਾ ਆਖਰੀ ਪ੍ਰਸ਼ਨ ਅਸੀਂ ਕਲੀਅਰ ਹੋ ਰਿਹਾ ਤੁਹਾਡੇ ਲਈ। ਉਦੋਂ ਤੱਕ ਆਖਰੀ ਪ੍ਰਸ਼ਨ ਕਿ ਬਨਸਪਤੀ ਤੇਲਾਂ ਤੋਂ ਜਦੋਂ ਅਸੀਂ ਹਾਈਡਰੋਜਨੀਕਰਨ ਕਰਦੇ ਹਾਂ, ਉਹਨਾਂ 'ਚ ਹਾਈਡਰੋਜਨ ਜੋੜਦੇ ਹਾਂ ਤਾਂ ਉਹਨਾਂ ਤੋਂ ਕੀ ਬਣਾਇਆ ਜਾਂਦਾ ਹੈ? ਉੱਤਰ ਹੈ ਬਨਸਪਤੀ ਘੀ। ਉਮੀਦ ਹੈ ਕਿ ਤੁਸੀਂ ਇਹ ਬਹੁਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਸੀ, ਸਹੀ ਦਿੱਤੇ। ਆਓ ਆਖਰੀ ਕਲੀਅਰ ਕਰੀਏ। ਕਾਰਬਨ ਦੇ ਇੱਕ ਯੌਗਿਕ ਹੋਇਆ ਤੁਸੀਂ ਪੜ੍ਹਿਆ ਹੋਵੇਗਾ ਆਪਣੇ ਕੋਲ ਕਾਰਬਨਿਕ ਯੌਗਿਕ ਸਾਬਣ। ਤਾਂ ਅਸੀਂ ਪਾਣੀ ਦੇ ਦੋ ਸੈਂਪਲ ਲਏ, ਚਿੱਟੇ ਰੰਗ ਵਾਲੀ ਬੋਤਲ ਦੇ ਵਿੱਚ ਹੈ ਇਹ ਪਾਣੀ ਦਾ ਇੱਕ ਸੈਂਪਲ ਹੈ। ਇਸ ਨੂੰ ਅਸੀਂ ਕਿਸੇ ਪਾਸੇ ਰੱਖੀ ਹੋਈ ਬੋਤਲ ਦੇ ਵਿੱਚ ਪਾਵਾਂਗੇ। ਨੀਲੇ ਰੰਗ ਵਾਲੀ ਬੋਤਲ ਦੇ ਵਿੱਚੋਂ ਪਾਣੀ ਲੈ ਕੇ ਉਸਨੂੰ ਕਿਸੇ ਪਾਸੇ ਰੱਖੀ ਹੋਈ ਬੋਤਲ ਦੇ ਵਿੱਚ ਪਾਵਾਂਗੇ। ਮਾਤਰਾ ਵਿੱਚ ਅਸੀਂ ਪਾਣੀ ਲੈਂਦੇ ਹਾਂ ਤੇ ਇਹਨਾਂ ਦੋਨਾਂ ਦੇ ਵਿੱਚ ਅਸੀਂ ਸਾਬਣ ਦਾ ਥੋੜਾ ਥੋੜਾ ਪਾਵਾਂਗੇ, ਇੱਕੋ ਜਿਹੀ ਮਾਤਰਾ। ਇਹਨਾਂ ਨੂੰ ਇੱਕੋ ਜਿਹੇ ਸਮੇਂ ਦੇ ਕਰਾਂਗੇ। ਇੱਧਰ ਇੱਕੋ ਇੱਧਰ ਹੋ ਜਾਵੇ ਪਾਣੀ ਦੇ ਸੈਂਪਲ। ਜਦੋਂ ਅਸੀਂ ਇਹਨਾਂ ਨੂੰ ਇੱਕੋ ਜਿਹੇ ਸਮੇਂ ਦੇ ਹਟਾਉਂਦੇ ਹਾਂ ਤਾਂ ਉਸ ਤੋਂ ਬਾਅਦ ਜੇ ਅਸੀਂ ਨਤੀਜਾ ਦੇਖੀਏ ਤਾਂ ਤੁਸੀਂ ਦੇਖ ਹੀ ਰਹੇ ਹੋ ਇਸ ਪ੍ਰਕਿਰਿਆ ਦੇ ਵਿੱਚ ਇੱਥੋਂ ਸ਼ੁਰੂ ਹੋ ਕੇ ਇੱਥੋਂ ਤੱਕ ਚੱਲ ਰਿਹਾ, ਜਦਕਿ ਦੂਜੀ ਪ੍ਰਕਿਰਿਆ ਵਿੱਚ ਕੇਵਲ ਇੱਥੋਂ ਲੈ ਕੇ ਇੱਥੋਂ ਤੱਕ ਚੱਲ ਰਿਹਾ। ਸਾਬਣ ਦੇ ਘੋਲ ਨੇ ਇਸ ਪ੍ਰਕਿਰਿਆ ਦੇ ਵਿੱਚ ਜ਼ਿਆਦਾ ਝੱਗ ਦਿੱਤੀ ਹਵਾਉਣ ਤੋਂ, ਜਦਕਿ ਇਸ ਘੋਲ ਦੇ ਵਿੱਚ ਘੱਟ ਝੱਗ ਦਿੱਤੀ, ਜਿਸ ਤਰ੍ਹਾਂ ਕਿ ਤੁਸੀਂ ਇੱਥੇ ਦੇਖ ਰਹੇ ਹੋ। ਇਸ ਤੋਂ ਬਿਨਾਂ ਇਹ ਪਾਣੀ ਥੋੜਾ ਜਿਹੇ ਜਿੰਦਾ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਦਹੀਂ ਦੀਆਂ ਫੁੱਟੀਆਂ ਨਾਲ ਵਧੀਆ ਜਿਹੀਆਂ ਫੁੱਟੀਆਂ ਬਣ ਰਹੀਆਂ ਹਨ, ਜਦਕਿ ਇਹ ਪਾਣੀ ਵਧੇਰੇ ਸਾਫ਼ ਹੈ। ਤਾਂ ਸਾਬਣ ਦੇ ਘੋਲ ਦੇ ਨਾਲ ਜਦੋਂ ਅਸੀਂ ਪਾਣੀ ਨੂੰ ਹਿਲਾਉਂਦੇ ਹਾਂ ਤਾਂ ਜਿਹੜੇ ਪਾਣੀ ਦੇ ਵਿੱਚ ਝੱਗ ਜ਼ਿਆਦਾ ਬਣੇਗੀ ਉਹ ਹਲਕਾ ਪਾਣੀ ਹੋਵੇਗਾ, ਤੇ ਜਿਹੜੇ ਪਾਣੀ ਦੇ ਵਿੱਚ ਝੱਗ ਘੱਟ ਬਣੇਗੀ ਉਹ ਪਾਣੀ ਹਵਾ ਹੋਵੇਗਾ। ਜਦੋਂ ਤੁਸੀਂ ਸਾਬਣ ਨੂੰ ਪੜ੍ਹਿਆ, ਸਾਬਣ ਦੇ ਤਿਆਰੀ ਬਾਰੇ ਪੜ੍ਹਿਆ, ਉਹਦੇ ਸਫਾਈ ਕਰਕੇ ਉਹਨਾਂ ਅੱਛੇ ਬਾਰੇ ਪੜ੍ਹਿਆ ਤਾਂ ਇਹ ਚੀਜ਼ ਪੜ੍ਹਦੇ ਹੋ ਕਿ ਸਾਬਣ ਭਾਰੇ ਪਾਣੀ ਦੇ ਵਿੱਚ ਜ਼ਿਆਦਾ ਝੱਗ ਨਹੀਂ ਦਿੰਦੀ। ਇਸੇ ਕਾਰਨ ਅੱਜ ਕੱਲ੍ਹ ਸਾਬਣਾਂ ਦੀ ਥਾਂ 'ਤੇ ਡਿਟਰਜੈਂਟ ਦੀ ਵਰਤੋਂ ਕਰਦੀ ਜਾ ਰਹੀ ਹੈ। ਡਿਟਰਜੈਂਟ ਪਾਣੀ ਭਾਰੇ ਦੇ ਵਿੱਚ ਵੀ ਨਹੀਂ ਝੱਗ ਦੇਵੇਗਾ ਔਰ ਹਲਕੇ ਦੇ ਵਿੱਚ ਵੀ ਉਹ ਨਹੀਂ ਝੱਗ ਦੇਵੇਗਾ, ਜਦਕਿ ਸਾਬਣ ਭਾਰੇ ਪਾਣੀ ਦੇ ਵਿੱਚ ਘੱਟ ਝੱਗ ਦਿੰਦੀ ਹੈ, ਜਿਸ ਕਾਰਨ ਇਹਦਾ ਸਫਾਈ ਵਾਲਾ ਜੋ ਐਕਸ਼ਨ ਹੈ ਉਹ ਭਾਰੇ ਪਾਣੀ ਦੇ ਵਿੱਚ ਉਨਾ ਵਧੀਆ ਨਹੀਂ ਹੁੰਦਾ ਜਿੰਨਾ ਕਿ ਹੌਲੇ ਪਾਣੀ ਦੇ ਵਿੱਚ ਹੁੰਦਾ ਹੈ। ਮੈਂ ਤੁਹਾਨੂੰ ਦੱਸ ਦਈਏ ਕਿ ਇੱਥੇ ਭਾਰੇ ਦਾ ਮਤਲਬ ਇਹ ਨਹੀਂ ਕਿ ਪਾਣੀ ਚੱਕਰ ਦੇ ਵਿੱਚ ਭਾਰਾ ਹੈ, ਅੰਗਰੇਜ਼ੀ ਵਿੱਚ ਇਹਨੂੰ ਹਾਰਡ ਵਾਟਰ ਕਹਿੰਦੇ ਹਾਂ।
ਹਾਰ ਦਾ ਮਤਲਬ ਇਹ ਨਹੀਂ ਕਿ ਬਦਾਮਾਂ ਦਾ ਹਾਰ ਲੱਗੇਗਾ ਜਦੋਂ ਉਹ ਭਾਰਾ ਬਣ ਜਾਂਦੇ ਆ ਇਹ ਨਹੀਂ ਚੱਕਰ ਮੇਰਾ ਭਾਰਾ ਲੱਗਿਆ ਦੋਨਾਂ ਭਾਰ ਹੋ ਗਿਆ ਹਾਰ ਰਟ ਜਾਂ ਭਾਰੇ ਬਣ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਪੂਰੇ ਨਾਮ ਤੋਂ ਹੁੰਦੇ ਨੇ ਉਹ ਪੂਰਾ ਹੋਣ ਕਾਰਨ ਉਹ ਸਾਬਣ ਦੇ ਨਾਲ ਕਿਰਿਆ ਕਰਕੇ ਸਾਬਣ ਨੂੰ ਦੇ ਸਕਦਾ ਹੈ ਜਿਸ ਕਰਕੇ ਸਾਬਣ ਇਸ ਪਾਣੀ ਦੇ ਵਿੱਚ ਝੱਗ ਘੱਟ ਦਿੰਦੀ ਹੈ ਜਦੋਂ ਝੱਗ ਘੱਟ ਦਿੰਦੀ ਹੈ ਤਾਂ ਉਹ ਸਫਾਈ ਵੀ ਘੱਟ ਕਰਦੀ ਹੈ ਦੂਜੇ ਪਾਣੀ ਦੇ ਵਿੱਚ ਇਸਨੇ ਝੱਗ ਜ਼ਿਆਦਾ ਦਿੱਤੀ ਜ਼ਿਆਦਾ ਝੱਗ ਦਿੱਤੀ ਤਾਂ ਇਹ ਸਫਾਈ ਵੀ ਜ਼ਿਆਦਾ ਕਰਦੀ ਹੈ ਪਰ ਜਿਹੜਾ ਘਰਾਂ ਦੇ ਵਿੱਚ ਪਾਣੀ ਅਸੀਂ ਅਕਸਰ ਵਰਤਦੇ ਹਾਂ ਕੱਪੜੇ ਧੋਣ ਲਈ ਜਾਂ ਹੋਰ ਤਰ੍ਹਾਂ ਦੀ ਸਫਾਈ ਲਈ ਜ਼ਰੂਰੀ ਹੈ ਕਿ ਉਹ ਹਲਕਾ ਹੋਵੇ ਜਾਂ ਕਿ ਭਾਰਾ ਪਾਣੀ ਨਾ ਹੋਵੇ इसलिए ਅਸੀਂ ਡਿਟਰਜੈਂਟਸ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਪਰ ਅੰਤ ਦੇ ਵਿੱਚ ਤੁਹਾਨੂੰ ਦੱਸ ਦਈਏ ਤੁਹਾਨੂੰ ਇੱਕ ਪ੍ਰਸ਼ਨ ਚੱਲ ਰਹੀ ਹੈ ਕਿ ਡਿਟਰਜੈਂਟ ਕਿਸੇ ਵੀ ਪਾਣੀ ਦੇ ਵਿੱਚ ਸਫਾਈ ਤਾਂ ਵਧੀਆ ਕਰਦੇ ਨੇ ਅਸੀਂ ਬਹੁਤ ਵਰਤਦੇ ਹਾਂ ਪਰ ਡਿਟਰਜੈਂਟਸ ਇੱਕ ਵਾਰ ਸਾਬਣ ਦੇ ਮੁਕਾਬਲੇ ਨੁਕਸਾਨਦਾਇਕ ਨੇ ਉਹ ਕਿਵੇਂ ਨੇ ਇਹ ਤੁਸੀਂ ਆਪਣੇ ਅਧਿਆਪਕਾਂ ਦੀ ਮਦਦ ਦੇ ਨਾਲ ਪਤਾ ਕਰਨਾ ਸਾਨੂੰ ਤੁਹਾਡੇ ਸੁਝਾਵਾਂ ਦਾ ਤੇ ਫੀਡਬੈਕ ਦਾ ਇੰਤਜ਼ਾਰ ਰਹੇਗਾ।